ਧੰਨ ਬਾਬਾ ਬੁੱਢਾ ਸਾਹਿਬ ਇਹ ਵਾਹਿਦ ਦੇ ਕਿਸ ਤਰ੍ਹਾਂ ਦੇ ਅਨੰਨ ਗੁਰੂ ਦੇ ਪਿਆਰੇ ਸਿੱਖ ਹੋਏ ਨੇ, ਜਿਨ੍ਹਾਂ ਨੂੰ ਪਹਿਲੇ ਯਾਮੇ ਵਿੱਚ ਹੀ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਚਨ ਕਹਿ ਦਿੱਤੇ, ਬੁੱਢਿਆ ਤੇਰੇ ਤੋਂ ਕਦੇ ਓਲੇ ਨਾ ਹੋਸੀ, ਜਿੱਥੇ ਤੇਰਾ ਵਾਸਾ ਉੱਥੇ ਗੁਰੂ ਨਾਨਕ ਦਾ ਵਾਸਾ। ਜਿਹੜੀ ਗੱਲ ਬਾਅਦ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਆਉਣੀ ਸੀ ਨਾ, ਉਹ ਪਹਿਲੇ ਯਾਮੇ ਵਿੱਚ ਹੀ ਮਹਾਰਾਜ ਨੇ ਕਹਿ ਦਿੱਤੀ, ਬੁੱਢਿਆ ਜਿੱਥੇ ਤੇਰਾ ਵਾਸਾ ਉੱਥੇ ਗੁਰੂ ਨਾਨਕ ਦਾ ਵਾਸਾ। ਪਾਤਸ਼ਾਹ ਨੇ ਜਿਹੜੀ ਗੱਲ ਬਾਅਦ ਵਿੱਚ ਕਹੀ ਕਿ ਗੁਰ ਸਿੱਖਾਂ ਅੰਦਰ ਸਤਿਗੁਰ ਵਰਤੈ, ਚੁਣ ਕੱਢੈ ਲੱਧੋ ਵਾਰੇ। ਭਾਈ ਕੋਈ ਗੁਰਸਿੱਖ ਪ੍ਰਵਾਨ ਹੋ ਜਾਏ, ਉਹਦੇ ਵਿੱਚ ਸਤਿਗੁਰੂ ਵਰਤਣ ਲੱਗ ਪੈਂਦਾ, ਔਰ ਸਾਖਸ਼ਾਤ ਗੁਰੂ ਦੀ ਜੋਤ, ਗੁਰੂ ਦੀ ਬਖਸ਼ਿਸ਼, ਗੁਰੂ ਦੀ ਬਰਕਤ ਉਸ ਪ੍ਰਵਾਨ ਹੋਏ ਗੁਰਸਿੱਖ ਵਿੱਚ, ਸੰਤ ਵਿੱਚ, ਸਾਧ ਵਿੱਚ, ਜਨ ਵਿੱਚ, ਸੇਵਕ ਵਿੱਚ, ਭਗਤ ਵਿੱਚ ਵਰਤਣ ਲੱਗ ਪੈਂਦੀ। ਔਰ ਸਾਧ ਸੰਗਤ ਇਹਦੇ ਅਨੇਕਾਂ ਪ੍ਰਮਾਣ ਤੁਸੀਂ ਸੁਣੇ ਨੇ। ਜਦੋਂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੰਗਤ ਦੀ ਭਾਲ ਵਿੱਚ ਨਹੀਂ ਆਏ, ਖਡੂਰ ਸਾਹਿਬ ਆ ਕੇ ਮਾਤਾ ਪਿਰਾਈ ਭੂਆ ਜੀ ਦੇ ਘਰ ਰਹਿਣ ਲੱਗ ਪਏ, ਉਦੋਂ ਸੰਗਤ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਥੋਂ ਨੰਗਲ ਆ ਕੇ ਬੇਨਤੀ ਕੀਤੀ। ਕਹਿੰਦੇ ਗੁਰੂ ਦੀ ਜੋਤ ਦਾ ਤੁਹਾਨੂੰ ਪਤਾ ਹੋ ਸਕਦਾ, ਤੁਹਾਤੋਂ ਗੁਰੂ ਦੀ ਜੋਤ ਓਲੇ ਨਹੀਂ ਹੋ ਸਕਦੀ। ਗੁਰੂ ਅੰਗਦ ਸਾਹਿਬ ਮਹਾਰਾਜ ਦੇ ਦਰਸ਼ਨ ਕਰਾਓ। ਤਾਂ ਸੰਗਤ ਨੂੰ ਲੈ ਕੇ ਖਡੂਰ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਗਏ। ਅੱਜ ਉੱਥੇ ਗੁਰਦੁਆਰਾ ਮਾਤਾ ਪਿਰਾਈ ਜੀ ਦਾ ਬਣਿਆ ਹੋਇਆ ਹੈ। ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਲੱਤ ਮਾਰੀ ਬਾਬੇ ਦਾਤੂ ਜੀ ਨੇ, ਇਹ ਗੱਲ ਕਹਿ ਕੇ ਸਾਡੇ ਪਿਤਾ ਦੀ ਗੱਦੀ ਤੇ ਤੁਸੀਂ ਬਹਿ ਗਏ ਹੋ, ਤਾਂ ਗੁਰੂ ਅਮਰਦਾਸ ਮਹਾਰਾਜ ਜੀ ਅਗਲੇ ਦਿਨ ਹੀ ਰਾਤੋਂ ਰਾਤ ਸਭ ਕੁਝ ਛੱਡ ਕੇ ਇਕੱਲੇ ਪੈਦਲ ਚੱਲ ਕੇ ਆਪਣੇ ਪਿੰਡ ਚਲੇ ਗਏ ਵਾਸਰ ਕੇ। ਦਰਵਾਜ਼ਾ ਬੰਦ ਕਰ ਲਿਆ, ਬਾਹਰ ਲਿਖ ਕੇ ਲਾ ਦਿੱਤਾ, ਕੋਈ ਸਿੱਖ ਦਰਵਾਜ਼ਾ ਨਾ ਖੋਲੇ, ਜਿਹੜਾ ਖੋਲੇਗਾ, ਖੋਲਣ ਦਾ ਯਤਨ ਕਰੇਗਾ, ਉਹਦਾ ਲੋਕ ਪਰਲੋਕ ਵਿੱਚ ਮੂੰਹ ਕਾਲਾ ਹੋਏਗਾ, ਗੁਰੂ ਤੋਂ ਬੇਮੁਖ ਹੋਏਗਾ। ਸੰਗਤ ਭਾਲ ਕਰਨ ਲੱਗ ਪਈ ਗੁਰੂ ਅਮਰਦਾਸ ਮਹਾਰਾਜ ਕਿੱਧਰ ਗਏ। ਤੀਜੇ ਦਿਨ ਫਿਰ ਸੰਗਤ ਨੇ ਬੇਨਤੀ ਕੀਤੀ, ਬਾਬਾ ਬੁੱਢਾ ਸਾਹਿਬ ਜੀ ਤੁਹਾਨੂੰ ਬਖਸ਼ਿਸ਼ ਪ੍ਰਾਪਤ ਹੈ ਕਿ ਬੁੱਢਿਆ ਤੇਰੇ ਤੋਂ ਕਦੇ ਓਲੇ ਨਾ ਹੋਸੀ, ਜਿੱਥੇ ਤੇਰਾ ਵਾਸਾ ਉੱਥੇ ਗੁਰੂ ਨਾਨਕ ਦਾ ਵਾਸਾ। ਸਾਨੂੰ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕਰਾਓ। ਔਰ ਬਾਬਾ ਬੁੱਢਾ ਸਾਹਿਬ ਜੀ ਸੰਗਤ ਨੂੰ ਲੈ ਕੇ ਵਾਸਰ ਕੇ ਗਏ। ਅੱਜ ਉੱਥੇ ਗੁਰਦੁਆਰਾ ਸੰਨ ਸਾਹਿਬ ਹੈ, ਸਾਹਮਣੇੋਂ ਦਰਵਾਜ਼ਾ ਨਹੀਂ ਖੋਲਿਆ, ਪਿੱਛੋਂ ਪਹਾੜ ਲਾ ਕੇ ਸੰਨ ਲਾ ਕੇ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕੀਤੇ। ਜਦੋਂ ਸੰਗਤ ਨੂੰ ਦਰਸ਼ਨ ਕਰਵਾਏ, ਸਾਰੀ ਸੰਗਤ ਨੇ ਹੱਥ ਜੋੜ ਕੇ ਉਦੋਂ ਕਿਹਾ, ਧੰਨ ਬਾਬਾ ਬੁੱਢਾ ਜਿਨ ਗੁਰੂ ਲੱਧਾ। ਬਾਬਾ ਬੁੱਢਾ ਧੰਨ ਹੈ ਜਿਹਨੇ ਗੁਰੂ ਦੇ ਦਰਸ਼ਨ ਕਰਵਾਤੇ। ਤੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਉੱਥੇ ਖਲੋ ਕੇ ਉਦਣ ਬਖਸ਼ਿਸ਼ ਕਰਕੇ ਕਿਹਾ, ਬਾਬਾ ਬੁੱਢਾ ਤੂੰ ਸਿੱਖੀ ਦਾ ਜਹਾਜ਼ ਹੈ, ਜਿਹੜਾ ਤੇਰੇ ਦਰਸ਼ਨ ਕਰੇਗਾ, ਤੇਰੀ ਸੰਗਤ ਕਰੇਗਾ, ਉਹ ਭਵਜਨੋਂ ਪਾਰ ਲੰਘ ਜਾਏਗਾ। ਔਰ ਸਾਧ ਸੰਗਤ ਇਹ ਤੋਂ ਵੀ ਵੱਡੀ ਇੱਕ ਬਖਸ਼ਿਸ਼ ਕੀਤੀ, ਕਿਉਂਕਿ ਦਰਸ਼ਨ ਤਾਂ ਉਹ ਕਰ ਸਕਦੇ ਨਾ ਜਿਹੜੇ ਕੋਲ ਰਹਿੰਦੇ ਹੋਣ। ਜਿਹੜੇ ਸੈਂਕੜੇ ਮੀਲ ਦੂਰ ਰਹਿੰਦੇ ਹੋ, ਬਾਬੇ ਬੁੱਢੇ ਦੇ ਦਰਸ਼ਨ ਕਿਵੇਂ ਕਰਨਗੇ? ਬਾਬੇ ਬੁੱਢੇ ਦੀ ਸੰਗਤ ਉਹ ਕਰਨਗੇ ਜਿਹੜੇ ਕੋਲ ਰਹਿੰਦੇ ਨੇ, ਜਿਹੜੇ ਦੂਰ ਰਹਿੰਦੇ ਉਹ ਕਿਵੇਂ ਸੰਗਤ ਕਰਨਗੇ? ਫਿਰ ਬਹੁਤ ਵੱਡੀ ਬਖਸ਼ਿਸ਼ ਕੀਤੀ। ਕਹਿੰਦੇ ਬਾਬਾ ਬੁੱਢਾ ਤੂੰ ਸਿੱਖੀ ਦਾ ਜਹਾਜ਼ ਹੈ, ਜਿਹੜਾ ਤੇਰੀ ਸੰਗਤ ਕਰੇ ਉਹ ਭਵਜਲੋਂ ਪਾਰ ਲੰਘੇਗਾ। ਇੱਥੋਂ ਤੱਕ ਬਖਸ਼ਿਸ਼ ਕੀਤੀ, ਜਾ ਬਾਬਾ ਬੁੱਢਾ ਜਿਹੜਾ ਤੇਰਾ ਨਾਮ ਲਏਗਾ ਉਹਦੇ ਵੀ ਵਿਘਨ ਨਾਸ਼ ਹੋ ਜਾਣਗੇ। ਜੇ ਕੋਈ ਪਿਆਰ ਨਾਲ ਆਖੇ ਧੰਨ ਬਾਬਾ ਬੁੱਢਾ ਸਾਹਿਬ, ਕਹਿੰਦੇ ਤੇਰਾ ਨਾਮ ਲੈਣ ਵਾਲੇ ਦੇ ਵੀ ਵਿਘਨ ਨਾਸ਼ ਹੋ ਜਾਣਗੇ। ਇਹ ਸਾਰਾ ਪ੍ਰਸੰਗ ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚ ਆਇਆ ਹੈ, ਜਿੱਥੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ। ਕਹਿੰਦੇ ਬਾਬਾ ਬੁੱਢਾ ਤੂੰ ਸਿੱਖੀ ਦਾ ਜਹਾਜ਼ ਹੈ, ਤੇਰੇ ਤੋਂ ਉੱਪਰ ਕੋਈ ਸਿੱਖੀ ਨਹੀਂ ਕਮਾ ਸਕਦਾ। ਤੂੰ ਸਿੱਖੀ ਦੀ ਹੱਦ ਸੀਮਾ ਹੈ, ਸਿੱਖੀ ਦਾ ਸ਼ਿਖਰ ਹੈ। ਉੱਥੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਚਨ ਕਹੇ, ਕਹਿੰਦੇ ਇਹ ਸਿੱਖੀ ਕਾ ਬੋਹਿਤ ਭਾਰਾ, ਭਵਜਲ ਤੇ ਕਰੇ ਨਿਸਤਾਰਾ। ਬਾਬਾ ਬੁੱਢਾ ਸਿੱਖੀ ਦਾ ਭਾਰੀ ਬੋਹਿਤ ਹੈ, ਜਹਾਜ਼। ਇਹ ਸਿੱਖੀ ਕਾ ਬੋਹਿਤ ਭਾਰਾ, ਭਵਜਲ ਤੇ ਕਰੇ ਨਿਸਤਾਰਾ।
ਇਸ ਤੇ ਸਿੱਖੀ ਅਵਦ ਨਾ ਪਰੈ, ਨਾਮ ਲੈਤ ਘਣ ਵਿਗਣ ਸੁਹਰੈ। ਕਹਿੰਦੇ ਬਾਬਾ ਬੁੱਢਾ ਤੇਰੇ ਤੋਂ ਉੱਪਰ ਕੋਈ ਸਿੱਖੀ ਨਹੀਂ ਕਮਾ ਸਕਦਾ, ਜਾਂ ਜਿਹੜਾ ਤੇਰਾ ਨਾਮ ਲਏਗਾ ਉਹਦੇ ਵੀ ਵਿਗਨ ਨਾਸ਼ ਹੋ ਜਾਣਗੇ। ਅੱਜ ਤੁਸੀਂ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਹੁਣ ਜੀਵਨ ਸੁਣਿਆ। ਆਓ ਆਪੋ ਆਪਣੀ ਸੁਰਤ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਜੋੜੀਏ, ਆਪਣੇ ਲਈ ਵੀ ਅਰਦਾਸ ਕਰੀਏ। ਪਾਤਸ਼ਾਹ ਜਿੱਥੇ ਤੁਸੀਂ ਸਾਨੂੰ ਸਰੀਰ ਕਰਕੇ ਜੋੜਿਆ ਉੱਥੇ ਸੁਰਤ ਕਰਕੇ ਵੀ ਜੋੜੋ। ਬਾਬੇ ਬੁੱਢੇ ਵਰਗੇ ਗੁਰਸਿੱਖਾਂ ਦੀ ਸਾਨੂੰ ਵੀ ਚਰਨ ਧੂੜ ਮਿਲੇ, ਕਿਤੇ ਸਾਡਾ ਵੀ ਜੀਵਨ ਜਨਮ ਸਫਲ ਹੋਵੇ। ਇਹ ਸਮਾਗਮ ਕਰਾਉਣ ਦਾ ਮਕਸਦ ਪਤਾ ਕੀ ਹੈ? ਤੁਹਾਨੂੰ ਲੰਗਰ ਛਕਣ ਵਾਸਤੇ ਨਹੀਂ ਸੱਦਿਆ ਕਿ ਲੋਕ ਇਕੱਠੇ ਕਰਨੇ ਨੇ, 2 ਘੰਟਿਆਂ ਬਾਅਦ ਭੋਗ ਪਾ ਕੇ ਲੰਗਰ ਛਕਾਉਣਾ ਹੈ, ਸਵੇਰੇ ਅਖਬਾਰ ਵਿੱਚ ਆਉਣਾ ਹੈ, ਲੋਕੀ ਕਹਿਣਗੇ ਸਮਾਗਮ ਹੋਇਆ। ਨਹੀਂ, ਮਕਸਦ ਗੁਰਮਤਿ ਸਮਾਗਮ ਦਾ ਇਹ ਹੈ, ਇੱਕ ਤਾਂ ਗੁਰੂ ਦੀ ਮੱਤ ਗ੍ਰਹਿਣ ਹੋਵੇ ਤਾਂ ਗੁਰਮਤਿ ਸਮਾਗਮ ਹੈ, ਔਰ ਦੂਜਾ ਆਪਾਂ ਅਰਦਾਸ ਕਰਨੀ। ਜਿਹੜੀ ਰੋਜ਼ ਅਰਦਾਸ ਵਿੱਚ ਆਖਰੀ ਪੰਕਤੀ ਆਪਾਂ ਕਹੀਦੀ ਹੈ, ਜਿੰਨੀ ਮਰਜ਼ੀ ਅਰਦਾਸ ਵਿੱਚ ਜੋ ਮਰਜ਼ੀ ਕਿਸੇ ਦੀ ਮੰਗ ਹੋਵੇ, ਕਿਸੇ ਮਕਸਦ ਨਾਲ ਕੋਈ ਅਰਦਾਸ ਕਰੇ, ਪਰ ਆਹ ਪੰਕਤੀ ਹਰ ਇੱਕ ਸਿੱਖ ਨੂੰ ਕਹਿਣੀ ਪੈਂਦੀ ਹੈ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਉਹ ਆਪਾਂ ਮੰਗਣਾ ਮਹਾਰਾਜ, ਇਹੋ ਜਿਹੇ ਗੁਰਸਿੱਖ ਪਿਆਰੇ ਮਿਲੋ ਜਿਨ੍ਹਾਂ ਦੀ ਚਰਨ ਧੂੜ ਨਾਲ ਸਾਡਾ ਵੀ ਭਲਾ ਹੋਵੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦਾ ਧਿਆਨ ਧਰ ਕੇ ਮੰਗੀਏ। ਮਹਾਰਾਜ ਕਿਰਪਾ ਕਰੋ, ਗੁਰ ਸਿੱਖਾਂ ਕੀ ਹਰ ਤੋੜ ਦੇ, ਗੁਰ ਸਿੱਖਾਂ ਕੀ ਹਰ ਤੋੜ ਦੇ, ਗੁਰ ਸਿੱਖਾਂ ਕੀ ਹਰ ਤੋੜ, ਗੁਰ ਸਿੱਖਾਂ ਗੱਜ ਕੇ ਗੁਰ ਸਿੱਖਾਂ ਕੀ ਹਰ ਤੋੜ ਦੇ, ਗੁਰ ਸਿੱਖਾਂ ਕੀ ਹਰ ਤੋੜ ਦੇ, ਗੁਰ ਸਿੱਖਾਂ ਕੀ ਹਰ ਤੋੜ ਦੇ, ਗੁਰ ਹਮ ਪਾਪੀ ਪੀਂਗਤ ਪਾਏ, ਗੁਰ ਸਿੱਖਾਂ ਕੀ ਹਰ ਤੋੜ ਦੇ, ਗੁਰ ਸਿੱਖਾਂ ਕੀ ਹਰ ਤੋੜ ਦੇ, ਹਮ ਪਾਪੀ ਪੀਂਗਤ ਗੁਰ ਸਿੱਖਾਂ ਗੱਜ ਕੇ ਗੁਰ ਸਿੱਖਾਂ ਹਮ ਪਾਪੀ ਵਿਗਤ ਬਾਹੇ, ਗੁਰ ਸਿੱਖਾਂ ਕੀ ਹਰ ਤੋੜ ਦੇ, ਗੁਰ ਸਿੱਖਾਂ ਕੀ ਹਰ ਤੋੜ ਦੇ, ਹਮ ਪਾਪੀ ਵਿਗਤ ਗੁਰ ਸਿੱਖਾਂ ਵਾਹ ਵਾਹ ਗੁਰ ਸਿੱਖਾਂ, ਗੁਰ ਸਿੱਖੀ ਪਾਣਾ ਮੰਨਿਆ, ਗੁਰ ਸਿੱਖੀ ਪਾਣਾ ਮੰਨਿਆ, ਗੁਰ ਸਿੱਖੀ ਪਾਣਾ ਮੰਨੇ, ਗੁਰ ਸਿੱਖੀ ਗੁਰ ਪੂਰਾ ਪਾਰ ਲੰਘਾਏ, ਗੁਰ ਸਿੱਖਾਂ ਕੀ ਹਰ ਤੋੜ ਦੇ, ਗੁਰ ਸਿੱਖਾਂ ਕੀ ਹਰ ਤੋੜ ਦੇ, ਹਮ ਪਾਪੀ ਵਿਗਤ ਗੁਰ ਸਿੱਖਾਂ, ਗੁਰ ਸਿੱਖਾਂ ਕੀ ਹਰ। ਆਖੋ ਸਤਨਾਮ ਸ੍ਰੀ, ਫਿਰ ਆਖੋ ਵੱਜ ਕੇ ਸਤਨਾਮ ਸ੍ਰੀ। ਜਿਹੜੇ ਗੁਰੂ ਨੂੰ ਪ੍ਰਵਾਨ ਹੋ ਗਏ ਗੁਰਸਿੱਖ ਭਾਈ, ਉਹਨਾਂ ਦੀ ਸੰਗਤ ਕੀਤਿਆਂ ਜਨਮ ਮਰਨ ਮਿਟ ਜਾਂਦਾ। ਜਿਹੋ ਜੀ ਸੰਗਤ ਕਰੋਗੇ ਉਹ ਜਿਹਾ ਅਸਰ ਹੋਏਗਾ। ਕੁਦਰਤੀ ਤੌਰ ਤੇ ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਤੁਹਾਨੂੰ ਇਸ ਗੱਲ ਦਾ ਇਲਮ ਗਿਆਨ ਹੋਏਗਾ, ਜਿਹੜੀ ਚੀਜ਼ ਦਾ ਅਸਰ ਸੁਰਤੀ ਉੱਤੇ ਹੋਣ ਲੱਗ ਜਾਏ ਸਰੀਰ ਉਹਨੂੰ ਐਕਸੈਪਟ ਕਰ ਲੈਂਦਾ ਹੈ। ਔਰ ਜੋ ਕੋਈ ਤੁਸੀਂ ਸੁਰਤ ਵਿੱਚ ਸੋਚਦੇ ਹੋ, ਆਪਣੇ ਸਬਕੌਂਸ਼ੀਅਸ ਮਾਈਂਡ ਦੇ ਅੰਦਰ ਜੋ ਕੁਝ ਆਪਾਂ ਸੋਚ ਰਹੇ ਹਾਂ, ਵਿਚਾਰ ਕਰ ਰਹੇ ਹਾਂ, ਮਨ ਦੇ ਅੰਦਰ ਜੋ ਸੁਰਤੀ ਵਿੱਚ ਲਿਆਉਂਗੇ, ਤੁਹਾਨੂੰ ਉਹ ਦ੍ਰਿਸ਼ਟੀ ਉਸੇ ਤਰ੍ਹਾਂ ਦੀ ਸ੍ਰਿਸ਼ਟੀ ਦਿਸਣੀ ਸ਼ੁਰੂ ਹੋ ਜਾਏਗੀ। ਇਹ ਤੁਹਾਡੀ ਜ਼ਿੰਦਗੀ ਦਾ ਤਜਰਬਾ ਰਹਿਣਾ ਹੈ। ਮਨ ਵਿੱਚ ਸਵੇਰੇ ਧਾਰ ਕੇ ਘਰੋਂ ਨਿਕਲੋ ਵੀ ਅੱਜ ਅਸੀਂ
ਲਾਲ ਰੰਗ ਦੀਆਂ ਗੱਡੀਆਂ ਸੜਕ ਤੇ ਗਿਣਨੀਆਂ ਵੀ ਕਿੰਨੀਆਂ ਕੁ ਚੱਲਦੀਆਂ, ਤੁਹਾਨੂੰ ਉਸ ਦਿਨ ਰੈੱਡ ਕਲਰ ਦੀਆਂ ਗੱਡੀਆਂ ਦਿਸਣਗੀਆਂ ਚਲਦੀਆਂ, ਅੱਗੇ ਵੀ ਹੁੰਦੀਆਂ ਰੋਡ ਉੱਤੇ, ਪਰ ਉਸ ਦਿਨ ਨਜ਼ਰ ਪਤਾ ਕਿਉਂ ਆਉਣਗੀਆਂ? ਕਿਉਂਕਿ ਉਦੋਂ ਸੁਰਤੀ ਨੇ ਉਹ ਚੀਜ਼ ਪਕੜ ਕਰ ਲਈ। ਹੁਣ ਉਹ ਸੁਰਤ ਨੂੰ, ਜਿਹੜੀ ਚੀਜ਼ ਸੁਰਤੀ ਨੇ ਪਕੜ ਕੀਤੀ ਹੈ, ਅੱਖਾਂ ਦੀ ਦ੍ਰਿਸ਼ਟੀ ਵਿੱਚ ਉਹ ਚੀਜ਼ ਆਉਣ ਲੱਗ ਜਾਂਦੀ। ਇਦਾਂ ਪਾਤਸ਼ਾਹ ਨੇ ਕਿਹਾ, ਸੰਗਤ ਵਿੱਚ ਬੈਠੇ ਆ ਭਾਈ ਜਿਨ੍ਹਾਂ ਦੀ ਸੁਰਤ ਸ਼ੁੱਧ ਹੈ, ਉਹਨਾਂ ਕੋਲ ਬੈਠੇ ਆ, ਤੇਰੀ ਸੁਰਤ ਸ਼ਬਦ ਦੀ ਪਕੜ ਕਰਨ ਲੱਗ ਜਾਏਗੀ। ਜਦੋਂ ਸੁਰਤ ਨੇ ਸ਼ਬਦ ਦੀ ਪਕੜ ਕੀਤੀ, ਬਾਹਰਲੇ ਸਰੀਰ ਉੱਤੇ ਵੀ ਅਸਰ ਹੋਏਗਾ। ਇਹਨੂੰ ਹੋਰ ਸੌਖਾ ਸਮਝਿਓ। ਟੇਬਲ ਟਾਕ ਵਿੱਚ 5-4 ਜਣੇ ਗੱਲਾਂ ਕਰਦੇ ਹੋਣ, ਉਹ ਗੱਲਾਂ ਕਈ ਵਾਰ ਘਰ ਜਾ ਕੇ ਆਪਾਂ ਫਿਰ ਆਪਣੇ ਮਨ 'ਚ ਦੁਹਰਾਈ ਦੀਆਂ ਵੀ ਕੀ ਗੱਲਾਂ ਕੀਤੀਆਂ, ਮੈਂ ਉਹਨੂੰ ਕੀ ਕਿਹਾ, ਉਹਨੇ ਕੀ ਕਿਹਾ। ਅਚਾਨਕ ਕਈ ਵਾਰ ਕਿਸੇ ਦੀ ਗੱਲ ਘਰ ਜਾ ਕੇ ਜਦੋਂ ਮਨ ਵਿੱਚ ਦੁਹਰਾਈ ਨਾ, ਤੁਹਾਨੂੰ ਗੁੱਸਾ ਆ ਗਿਆ। ਪਤਾ ਕਿਉਂ? ਉਹ ਗੱਲ ਮੈਨੂੰ ਲਾ ਕੇ ਕਹਿ ਗਿਆ, ਆਹ ਗੱਲ ਉਹਨੇ ਜਾਣ ਬੁੱਝ ਕੇ ਮੈਨੂੰ ਸੁਣਾਈ ਹੈ। ਜਦੋਂ ਘਰ ਜਾਓਗੇ ਕ੍ਰੋਧ, ਗੁੱਸਾ ਆ ਗਿਆ। ਉਹ ਗੱਲ ਦਾ ਗੁੱਸਾ ਘਰ ਜਾ ਕੇ ਕਿਉਂ ਆਇਆ? ਜਦੋਂ ਗੱਲ ਕਹੀ ਸੀ ਉਦੋਂ ਕਿਉਂ ਨਹੀਂ ਗੁੱਸਾ ਆਇਆ? ਉਹਦਾ ਕੋਈ ਰੀਜ਼ਨ ਹੈ। ਉਦੋਂ ਕਹੀ ਹੋਈ ਗੱਲ ਦਾ ਅਸਰ ਸੁਰਤ ਉੱਤੇ ਨਹੀਂ ਸੀ ਹੋਇਆ। ਜਦੋਂ ਸੁਰਤੀ ਉੱਤੇ ਅਸਰ ਹੋਇਆ, ਸਰੀਰ ਉੱਤੇ ਵੀ ਅਸਰ ਹੋ ਗਿਆ। ਜਦੋਂ ਕੋਈ ਗੱਲ ਸੁਰਤ ਉੱਤੇ ਅਸਰ ਕਰ ਗਈ, ਡੈਫੀਨਿਟ ਉਹਦਾ ਅਸਰ ਸਰੀਰ ਉੱਤੇ ਵੀ ਹੁੰਦਾ ਹੈ। ਇਦਾਂ ਪਾਤਸ਼ਾਹ ਨੇ ਕਿਹਾ, ਭਾਈ ਜਿਨ੍ਹਾਂ ਦੀ ਸੁਰਤੀ ਉੱਤੇ ਸ਼ਬਦ ਦਾ ਅਸਰ ਹੈ, ਉਹਨਾਂ ਦੇ ਸਰੀਰ ਉੱਤੇ ਵੀ ਅਸਰ ਹੈ। ਉਹਨਾਂ ਦੀ ਸੰਗਤ ਕੀਤਿਆਂ ਤੇਰਾ ਭਲਾ ਹੋ ਸਕਦਾ ਹੈ। ਜੇ ਤੂੰ ਚਾਹੁੰਦਾ ਤੇਰੀ ਸੁਰਤ ਵੀ ਸ਼ਬਦ ਦੀ ਪਕੜ ਕਰਨ ਲੱਗ ਜਾਏ, ਫਿਰ ਤੈਨੂੰ ਸੰਗਤ ਵਿੱਚ ਬਹਿਣਾ ਪੈਣਾ ਹੈ। ਸਭ ਤੋਂ ਸੌਖੀ ਤੇ ਕੀਮਤੀ ਭਗਤੀ ਸੰਗਤ ਵਿੱਚ ਬਹਿ ਕੇ ਨਾਮ ਜਪਣਾ ਹੈ। ਇਹ ਬੇਨਤੀ ਮੈਂ ਕਈ ਵਾਰ ਦਰਬਾਰ ਸਾਹਿਬ ਤੋਂ ਕਹੀ। ਇੱਕ ਸ਼ਬਦ ਪਾਤਸ਼ਾਹ ਨੇ ਅਸ਼ਟਪਦੀ ਲਿਖਿਆ ਹੈ, ਉਹਦੇ ਵਿੱਚ ਸਾਰੇ ਧਰਮ ਦੇ ਕਰਮ ਗਿਣੇ। ਪਾਠ ਕਰਨਾ, ਪੂਜਾ ਕਰਨੀ, ਤੀਰਥਾਂ ਤੇ ਜਾਣਾ, ਦਾਨ ਕਰਨਾ, ਯੱਗ ਕਰਨਾ, ਨੰਗੇ ਪੈਰੀ ਰਹਿਣਾ, ਵਰਤ ਰੱਖਣਾ, ਇਹ ਧਰਮ ਨਾਲ ਜੁੜੇ ਹੋਏ ਕਰਮ ਨੇ ਲੋਕਾਂ ਦੇ। ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿ ਸਕਦੇ। ਕਈਆਂ ਦੇ ਧਰਮ ਵਿੱਚ ਵਰਤ ਰੱਖਣਾ ਉਹ ਰੱਖਦੇ ਨੇ, ਕਈਆਂ ਦੇ ਮਤ ਵਿੱਚ ਇਹ ਹੈ ਵੀ ਉਹ ਨੰਗੇ ਪੈਰ ਰਹਿੰਦੇ ਨੇ। ਕਈ ਬੰਦੇ 40 ਕੱਟਦੇ ਨੇ, ਕੋਈ ਚੁੱਪ ਧਾਰਨ ਕਰਕੇ ਵਰਤ ਰੱਖਦੇ, ਮੌਨ ਵਰਤ। ਪਾਤਸ਼ਾਹ ਨੇ ਸਾਰੇ ਧਰਮ ਦੇ ਕਰਮ ਗਿਣ ਕੇ ਸਭ ਤੋਂ ਸ੍ਰੇਸ਼ਟ ਕਰਮ ਪਤਾ ਕੀ ਕਿਹਾ? ਫਿਰ ਤੁਹਾਡੇ ਵੱਲ ਇਸ਼ਾਰਾ ਕੀਤਾ, ਕਹਿੰਦੇ ਭਾਈ ਸੰਗਤ ਵਿੱਚ ਬਹਿ ਕੇ ਨਾਮ ਜਪਣਾ, ਕੀਰਤੀ ਕਰਨੀ ਸਭ ਤੋਂ ਸ੍ਰੇਸ਼ਟ ਕਰਮ ਹੈ। ਇਹ ਸੌਖਾ ਵੀ ਹੈ ਤੇ ਸ੍ਰੇਸ਼ਟ ਵੀ ਹੈ। ਸ਼ਬਦ ਸ਼ੁਰੂ ਹੁੰਦਾ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਜੰਗਮ ਸਾਧੇ, ਪੰਚ ਜਨਾਂ ਸਿਓ ਸੰਗ ਨਾ ਛੁੱਟ ਗਿਓ, ਅਦ ਕਹਾਂ ਬੁੱਧ ਬਾਧੇ, ਪਿਆਰੇ ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸੁਆਮੀ ਕੈ ਦਵਾਰੇ, ਦੀਜੈ ਬੁੱਧ ਵਿਵੇਕਾ। ਮੋਨ ਭਇਓ, ਮੋਨ ਧਾਰਨ ਕਰਨਾ। ਮੋਨ ਭਇਓ ਕਰਪਾਤੀ ਰਹਿਓ ਨਗਨ, ਫਿਰਿਓ ਮਨ ਮਾਹੀ, ਤਟ ਤੀਰਥ ਸਭ ਧਰਤੀ ਭ੍ਰਮਿਓ, ਦੁਬਿਧਾ ਛੁਟ ਕੇ ਨਾਹੀ, ਮਨ ਕਾਮਨਾ ਤੀਰਥ ਜਾਏ ਵਸਿਓ, ਸਿਰ ਕਰਬਤ ਤਾਰਾਏ, ਮਨ ਕੀ ਮਹਿਲ ਨਾ ਉਤਰੇ, ਇਹ ਵਿਦ ਜੇ ਲੱਖ ਯਤਨ ਕਰਾਏ। ਪੂਰਾ ਸ਼ਬਦ ਕਹਿ ਕੇ ਅਖੀਰ ਤੇ ਪਤਾ ਕੀ ਕਿਹਾ? ਕਹਿੰਦੇ ਹੁਣ ਸਭ ਤੋਂ ਸ੍ਰੇਸ਼ਟ ਕਰਮ ਸੁਣੋ। ਫਿਰ ਪਾਤਸ਼ਾਹ ਨੇ ਸਾਡੇ ਵੱਲ ਇਸ਼ਾਰਾ ਕਰਕੇ ਵਡਿਆਈ ਦਿੱਤੀ, ਕਹਿੰਦੇ ਹਰ ਕੀਰਤ ਸਾਧ ਸੰਗਤ ਹੈ, ਪੜੋ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮ, ਸਭ ਕੰਮਾਂ ਨਾਲੋਂ ਸ੍ਰੇਸ਼ਟ ਕਰਮ ਸੰਗਤ ਵਿੱਚ ਬਹਿਣਾ। ਕਿਉਂ ਭਾਈ? ਉੱਥੇ ਜੇ ਕਿਸੇ ਦੀ ਸੁਰਤੀ ਸ਼ੁੱਧ ਹੈ ਨਾ, ਕਿਸੇ ਦੀ ਸੁਰਤ ਸ਼ਬਦ ਦੀ ਪਕੜ ਕਰਨ ਵਾਲੀ ਹੈ, ਉਹ ਸਰੀਰਾਂ ਦੀ ਸੰਗਤ ਕਰਕੇ ਤੁਹਾਡੇ ਤੇ ਅਸਰ ਹੋਣ ਲੱਗ ਜਾਏ। 10 ਦਿਨ ਤਾਸ਼ ਖੇਡਣ ਵਾਲਿਆਂ ਕੋਲ ਕੋਈ ਬਹਿ ਜਾਏ, 11ਵੇਂ ਦਿਨ ਲੰਘੋਗੇ ਵੇਖੋਗੇ ਉਹਦੇ ਹੱਥ 'ਚ ਵੀ ਪੱਤੇ ਹੋਣਗੇ। ਪਤਾ ਕਿਉਂ? ਉਹ 10 ਦਿਨ ਵਿੱਚ ਬਹਿ ਗਿਆ, 11ਵੇਂ ਦਿਨ ਉਹਨੂੰ ਵੀ ਕਿਸੇ ਨੇ ਪੱਤੇ ਫੜਾਤੇ, ਤੂੰ ਵੀ ਖੇਡ ਸਕਦਾ ਬਈ, ਉਹਨੂੰ ਸਮਝ ਪੈ ਗਈ। ਕੋਈ ਮਾੜੀ ਆਦਤ ਹੋਵੇ ਚੰਗੀ ਹੋਵੇ, ਲਗਾਤਾਰ ਕੁਝ ਦਿਨ ਕਿਸੇ ਦੀ ਸੰਗਤ ਵਿੱਚ ਰਹਿਣ ਤੋਂ ਬਾਅਦ ਉੱਤੇ ਅਸਰ ਹੁੰਦਾ ਹੈ। 1 ਚਮਚਾ ਦਹੀਂ ਦਾ 4 ਕਿਲੋ ਦੁੱਧ ਦੀ ਸੰਗਤ ਵਿੱਚ ਪੈਂਦਾ, ਦੁੱਧ ਦਹੀਂ ਹੋ ਜਾਂਦਾ ਹੈ। ਇਦਾਂ ਕਿਸੇ ਦੀ ਸੰਗਤ ਸੁਰਤ ਉੱਤੇ ਅਸਰ ਕਰਦੀ। ਤਾਈਓ ਪਾਤਸ਼ਾਹ ਨੇ ਕਿਹਾ ਸਭ ਤੋਂ ਸ੍ਰੇਸ਼ਟ ਕਰਮ ਹਰ ਕੀਰਤ ਸਾਧ ਸੰਗਤ ਹੈ, ਪੜੋ ਸਿਰ ਕਰਮਨ ਕੇ ਕਰਮਾ। ਮਹਾਰਾਜ ਕਿਹਨੂੰ ਮਿਲਦਾ ਹੈ? ਕਹਿੰਦੇ ਸਭ ਨੂੰ ਨਹੀਂ ਪ੍ਰਾਪਤ ਹੋਣਾ।
कहो नानक दिस भयो प्राप्त, जिस पुरब लिखे कालण। भाई जी दे मस्तक दे भाग पूर्वले कर्म चंगे, ਉਹਨੂੰ ਸੰਗਤ ਨਸੀਬ ਹੁੰਦੀ, ਨਹੀਂ ਤਾਂ ਲੋਕ ਸੰਗਤ ਵਿੱਚ ਬਹਿ ਕੇ ਵੀ ਗੱਲਾਂ ਕਰ ਜਾਂਦੇ, ਨਹੀਂ ਤਾਂ ਲੋਕ ਘੰਟਿਆਂ ਵੱਧੀ ਬਾਅਦ ਵਿੱਚ ਸੰਗਤ ਤੋਂ ਬਾਹਰ ਨਿਕਲਣਗੇ, ਨਿੰਦਿਆ ਸ਼ੁਰੂ ਹੋ ਜਾਏਗੀ, ਆ ਨਹੀਂ ਠੀਕ, ਉਹ ਨਹੀਂ ਠੀਕ। ਉਹਦੇ ਵਿੱਚ ਰਸ ਜ਼ਿਆਦਾ ਆਉਂਦਾ। ਬਹੁਤੇ ਬੰਦੇ ਗੁਰਦੁਆਰੇ ਬਹਿਣਾ ਉਹਨਾਂ ਨੂੰ ਔਖਾ ਲੱਗਦਾ, ਬਾਹਰ ਪਾਰਕਿੰਗ ਵਿੱਚ ਭਾਵੇਂ ਅੱਧਾ ਘੰਟਾ ਖੜੇ ਰਹਿਣ, ਕਿਉਂਕਿ ਉਹਨਾਂ ਦੇ ਮਸਤਕ ਦੇ ਭਾਗ ਨਹੀਂ ਜਾਗੇ। ਅਜੇ ਜਦੋਂ ਭਾਗ ਜਾਗੇ ਫਿਰ ਵੱਡ ਭਾਗੀ ਹਰ ਸੰਗਤ ਪਾਵੇ, ਭਾਗਹੀਣ ਭ੍ਰਮ ਚੋਟਾਂ ਖਾਵੇ। ਜਦੋਂ ਸੰਗਤ ਵਿੱਚ ਰਹਿਣ ਲੱਗ ਪਏ ਫਿਰ ਗੁਰੂ ਦੀ ਕੋਈ ਗੱਲ ਦਾ ਅਸਰ ਹੋ ਜਾਣਾ। ਉਦੋਂ ਫਿਰ ਜਿਹੜੀ ਗੱਲ ਦਾ ਅਸਰ ਸੁਰਤ ਉੱਤੇ ਹੋਇਆ, ਡੈਫੀਨਿਟ ਉਹਦਾ ਅਸਰ ਸਰੀਰ ਉੱਤੇ ਵੀ ਹੋਣ ਲੱਗ ਜਾਏਗਾ, ਬਾਹਰਲੇ ਇੰਦਰੇ ਵੀ ਸਾਧੇ ਜਾਣਗੇ। ਤਾਈਓ ਭਾਈ ਗੁਰਦਾਸ ਸਾਹਿਬ ਨੇ ਕਿਹਾ, ਸਾਧ ਪਤਾ ਕੌਣ ਹੈ? 9 ਦਰਵਾਜੇ ਸਾਧ, ਸਾਧ ਸਦਾਇਆ, ਜਿਹਨੇ ਬਾਹਰਲੇ 9 ਦਰਵਾਜੇ ਸਾਧ ਲੈ, ਉਹਦੀਆਂ ਅੱਖਾਂ ਉਹਦੇ ਵਸ ਵਿੱਚ ਆ ਗਈਆਂ। ਬਾਹਰੀ ਤੌਰ ਤੇ ਅੱਖ ਵਿੱਚ ਮੋਤੀਆ ਉਤਰ ਆਵੇ, ਜਾਂ ਬਾਹਰੀ ਤੌਰ ਤੇ ਕਿਸੇ ਦੀ ਨਜ਼ਰ ਘਟ ਜਾਏ, ਡਾਕਟਰ ਲੈਂਸ ਪਾ ਕੇ ਠੀਕ ਕਰ ਦਿੰਦੇ, ਨਜ਼ਰ ਵੱਧ ਜਾਂਦੀ ਹੈ। ਡਾਕਟਰ ਬਾਹਰੀ ਤੌਰ ਤੇ ਅੱਖਾਂ ਬਣਾ ਸਕਦਾ ਦੁਬਾਰਾ, ਪਰ ਕਿਸੇ ਦੀਆਂ ਅੱਖਾਂ ਮੈਲਾ ਵੇਖਦੀਆਂ ਨੇ, ਇਹਦਾ ਇਲਾਜ ਡਾਕਟਰ ਕੋਲ ਨਹੀਂ ਹੈ। ਇਹ ਗੁਰੂ ਦੀ ਨਜ਼ਰ ਹੋਏਗੀ, ਸੁਰਤ ਸ਼ੁੱਧ ਹੋਏਗੀ, ਅੱਖਾਂ ਵੀ ਸ਼ੁੱਧ ਹੋ ਜਾਣਗੀਆਂ, ਮਨ ਦਾ ਭਾਂਡਾ ਸ਼ੁੱਧ ਹੋਏਗਾ। ਜੇ ਅੰਦਰੋਂ ਨਿਰਮਲ ਹੋ ਜਾਓਗੇ, ਬਾਹਰੋਂ ਵੀ ਸੁਰਤ ਸਰੀਰ ਨਿਰਮਲ ਹੋਣ ਲੱਗ ਜਾਏਗਾ। ਜਿੰਨੀ ਦੇਰ ਅੰਦਰੋਂ ਮੈਲੇ, ਇਹਨੂੰ ਮਹਾਰਾਜ ਕਹਿੰਦੇ, ਜੇ ਮਨ ਮੈਲਾ ਫਿਰ ਸਭ ਕੁਝ ਮੈਲਾ। ਤਨ ਧੋਤੇ ਮਨ ਹੱਛਾ ਨਾ ਹੋਈ, ਮਨ ਵਿੱਚ ਮੈਲ ਹੈ, ਬਾਹਰੋਂ ਸ਼ੁੱਧ ਹੋਏ ਨਹੀਂ ਸਕਦੇ। ਕੰਨਾਂ ਨੇ ਨਿੰਦਿਆ ਸੁਣਨੀ ਹੈ, ਜ਼ੁਬਾਨ ਨੇ ਕੌੜਾ ਬੋਲਣਾ ਹੈ। ਜਿਹੜੇ ਲੋਕ ਅੰਦਰੋਂ ਮੈਲੇ ਰਹੇ, ਮਾਫ ਕਰਿਓ, ਉਹ ਗੁਰਦੁਆਰੇ ਗੁਰੂ ਦੇ ਨੇੜੇ ਰਹਿ ਕੇ ਵੀ ਸ਼ੁੱਧ ਨਹੀਂ ਹੋਏ, ਕਿਉਂਕਿ ਉਹਨੇ ਆਪਣਾ ਅੰਦਰ ਸੌਂਪਿਆ ਹੀ ਨਹੀਂ ਗੁਰੂ ਨੂੰ, ਔਰ ਗੁਰੂ ਦੀ ਮੱਤ ਦਾ ਸੁਰਤ ਉੱਤੇ ਅਸਰ ਨਹੀਂ ਹੋਇਆ। ਜਿੰਨੀ ਦੇਰ ਸੁਰਤੀ ਤੇ ਅਸਰ ਨਹੀਂ ਹੋਏਗਾ, ਉਨੀ ਦੇਰ ਸਰੀਰ ਉੱਤੇ ਵੀ ਨਹੀਂ ਅਸਰ ਹੋਏਗਾ। ਸੁਰਤ ਉੱਤੇ ਅਸਰ ਹੋਣ ਲੱਗ ਜਾਏ, ਸਰੀਰ ਉੱਤੇ ਡੈਫੀਨਿਟ ਅਸਰ ਹੋਏਗਾ। ਜੇ ਸੁਰਤੀ ਤੇ ਅਸਰ ਨਹੀਂ ਹੈ, ਸਰੀਰ ਤੇ ਵੀ ਅਸਰ ਨਹੀਂ। ਜਿਨ੍ਹਾਂ ਦੀ ਸੁਰਤ ਸ਼ਬਦ ਨਾਲ, ਗੁਰੂ ਦੇ ਗਿਆਨ ਨਾਲ, ਗੁਰੂ ਦੀ ਮੱਤ ਨਾਲ, ਗੁਰਮਤ ਨਾਲ ਉੱਚੀ ਹੋ ਗਈ, ਉਹਨਾਂ ਦੀ ਮੱਤ ਵਿੱਚ ਸ਼ੁਭ ਗੁਣ ਪੈਦਾ ਹੋਣ ਲੱਗ ਪਏ। ਤੁਸੀਂ ਰੋਜ਼ ਜਪਜੀ ਸਾਹਿਬ ਪੜ੍ਹਦੇ ਹੋ, ਪਾਤਸ਼ਾਹ ਨੇ ਦੋਏ ਪੱਖ ਰੱਖੇ ਨੇ। ਇੱਕ ਪਾਸੇ ਕਿਹਾ ਮੱਤ ਵਿੱਚ ਰਤਨ ਜਵਾਹਰ ਮਾਣਕ, ਸ਼ੁਭ ਗੁਣ ਨੇ ਤੇਰੀ ਮੱਤ ਵਿੱਚ, ਔਰ ਦੂਜੇ ਪਾਸੇ ਜਪਜੀ ਸਾਹਿਬ ਵਿੱਚ ਹੀ ਅੱਗੇ ਜਾ ਕੇ ਕਹਿਣਗੇ, ਭਰੀ ਹੈ ਮੱਤ ਪਾਪਾਂ ਕੈ ਸੰਗ। ਮੱਤ ਵਿੱਚ ਰਤਨ ਜਵਾਹਰ ਵੀ ਹੈ ਤੇ ਮੱਤ ਵਿੱਚ ਪਾਪ ਵੀ ਭਰੇ ਹੋਏ ਨੇ। ਮਹਾਰਾਜ ਬੰਦੇ ਦੀ ਮੱਤ ਵਿੱਚੋਂ ਸ਼ੁਭ ਗੁਣ ਕਦੋਂ ਪ੍ਰਗਟ ਹੋਣਗੇ? ਫਿਰ ਨਾਲ ਹੀ ਜਵਾਬ ਦਿੱਤਾ, ਪੜੋ, ਮੱਤ ਵਿੱਚ ਰਤਨ ਜਵਾਹਰ ਮਾਨਕ ਜੇਕ ਗੁਰ ਕੀ। ਹਾਂ, ਗੱਜ ਕੇ ਪੜੋ, ਤੁਹਾਨੂੰ ਯਾਦ ਰਹੇਗਾ। ਮੱਤ ਵਿੱਚ ਰਤਨ ਜਵਾਹਰ ਮਾਨਕ ਜੇਕ ਗੁਰ ਕੀ। ਸਿੱਖ ਸੁਣੀ, ਜਦੋਂ ਗੁਰੂ ਦੀ ਇੱਕ ਸਿੱਖਿਆ ਸੁਣਨ ਲੱਗ ਪਈ ਸੁਰਤ, ਫਿਰ ਮੱਤ ਵਿੱਚੋਂ ਸ਼ੁਭ ਗੁਣ ਪੈਦਾ ਹੋਣਗੇ। ਦਇਆ, ਜਤ, ਸਤ, ਧਰਮ, ਸੰਤੋਖ, ਇਹ ਸਾਰੇ ਗੁਣ ਪ੍ਰਗਟ ਹੋਣ ਲੱਗ ਪਏ, ਹੈ ਅੰਦਰ ਹੀ ਬੰਦੇ ਦੇ। ਦੂਜੇ ਪਾਸੇ ਆਪਣੇ ਆਪ ਡਾਊਨ ਹੋਣ ਲੱਗ ਪੈਣਗੇ, ਲਾਲਚ, ਲੋਭ, ਈਰਖਾ, ਦਵੇਸ਼, ਨਿੰਦਿਆ, ਚੁਗਲੀ, ਇਹ ਸਾਰਾ ਕੁਝ ਮੁੱਕਣ ਲੱਗ ਜਾਏਗਾ। ਫਿਰ ਸੁਰਤੀ ਅਰਦਾਸ ਕਰੇਗੀ ਗੁਰੂ ਅੱਗੇ, ਮਹਾਰਾਜ ਕਿਰਪਾ ਕਰੋ, ਕਾਮ, ਕ੍ਰੋਧ, ਲੋਭ, ਝੂਠ, ਨਿੰਦਾ, ਇਨ ਤੇ ਆਪ ਛਡਾਵੋ, ਇਹ ਭੀਤਰ ਤਿੰਨ ਕੋ ਡਾਰੋ, ਆਪਨ ਨਿਕਟ ਬੁਲਾਵੋ। ਇਹ ਕਦੋਂ ਸਮਝ ਆਈ? ਜਦੋਂ ਜੇ ਇੱਕ ਗੁਰ ਕੀ ਸਿੱਖ ਸੁਣੀ। ਮਹਾਰਾਜ ਜੇ ਮੱਤ ਵਿੱਚ ਪਾਪ ਭਰੇ ਹੋਣ, ਕਹਿੰਦੇ ਉਹਨੂੰ ਧੋਣ ਵਾਸਤੇ ਫਿਰ ਇੱਕੋ ਹੀ ਤਰੀਕਾ ਹੈ, ਭਰੀ ਹੈ ਮੱਤ ਪਾਪਾਂ ਕੈ ਸੰਗ। ਉਹ ਕਾਹਦੇ ਨਾਲ ਧੋਣੇ? ਉਹ ਧੋਪੈ ਨਾਵੇ ਕੈ ਰੰਗ। ਗੁਰੂ ਦਾ ਦਿੱਤਾ ਸ਼ਬਦ ਜਪਣਾ ਸ਼ੁਰੂ ਕਰ, ਸੰਗਤ ਵਿੱਚ ਬਹਿ ਕੇ ਜਪ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਸੁਰਤੀ ਉੱਤੇ ਸ਼ਬਦ ਦਾ ਅਸਰ ਹੋਣ ਲੱਗ ਪਿਆ, ਮੱਤ ਦੇ ਪਾਪ ਧੋਤੇ ਜਾਣਗੇ, ਇਹ ਮੱਤ ਸ਼ੁੱਧ ਹੋ ਜਾਏਗੀ। ਫਿਰ ਨਹੀਂ ਤੇ ਮੱਤ ਜਿਹੜੀ ਉਹ ਹੁਜਤਾਂ ਕਰੇਗੀ, ਆਪਣੀ ਮਨ ਮਰਜ਼ੀ ਕਰੇਗੀ। ਇਹ ਫਿਰ ਜੀਭਾਂ ਦੇ ਰਸ, ਨੇਤਰਾਂ ਦੇ ਰਸ, ਕੰਨਾਂ ਦਾ ਰਸ, ਇਹਨਾਂ ਵਿੱਚ ਉਲਝੀ ਰਹੇਗੀ ਸਰੀਰ ਨਾਲ। ਔਰ ਪਾਤਸ਼ਾਹ ਨੇ ਬਾਣੀ ਅੰਦਰ ਬਚਨ ਕਿਹਾ, ਕਹਿੰਦੇ ਭਾਈ ਜਦੋਂ ਸੁਰਤੀ ਉੱਤੇ ਅਸਰ ਹੋਇਆ, ਬਾਹਰਲੇ ਅੰਦਰੇ ਵੀ ਸਾਧੇ ਜਾਣਗੇ। ਫਿਰ ਇਸ ਤਰ੍ਹਾਂ ਹੋਏਗਾ ਕਿ ਅੱਖੀਂ ਵਾਜੋਂ ਵੇਖਣਾ, ਬਿਨ ਕੰਨਾਂ ਸੁਣਨਾ, ਪੈਰਾਂ ਵਾਜੋਂ ਚੱਲਣਾ, ਬਿਨ ਹੱਥਾਂ ਕਰਨਾ, ਜੀਭੇ ਵਾਜੋਂ ਬੋਲਣਾ, ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ
तो खसमे मिलना। संसार दे रसां कोलों इंद्रियां ने मर जाने। 9 दरवाजे साध सद सदाया, 9 द्वारे प्रगट किए, 10वां गुप्त रखाया। महाराज कादे नाल प्रगट होना? गुरुद्वारे लाए भावनी। फिर की होएगा? एक ना 10वां द्वार दिखाया, सुरती वाला द्वार शुद्ध हो गया। दूजे जेडे 9 इंद्रिय दरवाजे ने वह भी शुद्ध होने लग पैणगे।